ਦੇਸ਼ ਵਿਦੇਸ਼ਾਂ ਦੇ ਵਿੱਚ ਏਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਇਤਿਹਾਸ ਦੀ ਤਹਿ ਤੱਕ। ਜੀ ਹਾਂ ਦੋਸਤੋ, ਤੁਹਾਡੀ ਪੂਰਜ ਔਰ ਮੰਗ ਦੇ ਉੱਪਰ ਅਸੀਂ ਕੋਸ਼ਿਸ਼ ਕੀਤੀ ਹੈ ਇਤਿਹਾਸ ਦੇ ਉਹਨਾਂ ਵਰਕਿਆਂ ਨੂੰ ਆਪ ਜੀ ਦੇ ਰੂਬਰੂ ਕਰੀਏ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕਿਤੇ ਆਪਣੇ ਜ਼ਿਹਨ ਵਿੱਚੋਂ ਭੁਲਾ ਬੈਠੇ ਹਾਂ। ਜੀ ਹਾਂ ਦੋਸਤੋ, ਅੱਜ ਇਸੇ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਪਾਵਨ ਪਵਿੱਤਰ ਵਿਹੜੇ ਦੇ ਵਿੱਚ ਏਵਨ ਪੰਜਾਬੀ ਦੇ ਇਸ ਪਵਿੱਤਰ ਵਿਹੜੇ ਵਿੱਚ ਸਾਡੇ ਕੋਲ ਪਹੁੰਚੇ ਨੇ ਸਿੱਖ ਇਤਿਹਾਸ ਦੇ ਖੋਜੀ ਅਤੇ ਸਤਿਕਾਰਯੋਗ ਸਰਦਾਰ ਕੰਵਰਦੀਪ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਐਪੀਸੋਡ ਦੇ ਵਿੱਚ ਬਾਖੂਬੀ ਢੰਗ ਦੇ ਨਾਲ ਇਤਿਹਾਸ ਦੀਆਂ ਇੱਕ ਇੱਕ ਤਹਿਾਂ ਖੋਲ ਕੇ ਸਾਡੇ ਸਾਹਮਣੇ ਰੱਖੀਆਂ ਸਨ। ਆਓ ਅੱਜ ਉਸੇ ਐਪੀਸੋਡ ਨੂੰ ਅੱਗੇ ਤੋਰੀਏ ਤੇ ਜਾਣੀਏ ਕਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਅਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਿੱਖ ਪੰਥ ਦੇ ਵਿਕਾਸ ਅਤੇ ਵਿਕਾਸ ਦੇ ਵਿੱਚ ਵਾਧਾ ਕੀਤਾ। ਇਹ ਸਰਦਾਰ ਕੰਵਰਦੀਪ ਸਿੰਘ ਤੁਹਾਡਾ ਏਵਨ ਪੰਜਾਬੀ ਦੇ ਇਸ ਪਵਿੱਤਰ ਵਿਹੜੇ ਜੀ ਆਇਆਂ ਨੂੰ। ਤੇ ਸਭ ਤੋਂ ਪਹਿਲੇ ਫਤਿਹ ਅਰਜ਼ ਕਰਦੇ ਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਵਰਦੀਪ ਸਿੰਘ ਜੀ, ਪਿਛਲੇ ਐਪੀਸੋਡ 'ਚ ਆਪਾਂ ਗੱਲ ਕਰ ਰਹੇ ਸਾਂ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਮਨੁੱਖ ਜਾਤੀ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਜਿਨ੍ਹਾਂ ਨੂੰ ਸਮਾਜ ਵਿੱਚੋਂ ਦੁਰਕਾਰਿਆ ਜਾ ਰਿਹਾ ਸੀ, ਜਿਨ੍ਹਾਂ ਨੂੰ ਕੋਈ ਆਪਣੇ ਬਰਾਬਰ ਬਿਠਾ ਕੇ ਰਾਜੀ ਨਹੀਂ ਸੀ। ਗੁਰੂ ਅੰਗਦ ਪਾਤਸ਼ਾਹ ਨੇ ਉਹਨਾਂ ਨੂੰ ਸ਼ਿਰਕ ਪੱਖੋਂ ਤਾਕਤਵਰ ਕਰਨ ਦੇ ਲਈ ਮਲ ਅਖਾੜਿਆਂ ਦਾ ਨਿਰਮਾਣ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਆਪਸੀ ਵਿਤਕਰਾ ਖਤਮ ਕਰ ਦਿੱਤਾ, ਭਾਈਚਾਰਕ ਸਾਂਝ ਪੈਦਾ ਕੀਤੀ, ਸੰਗਤ ਤੇ ਪੰਗਤ ਦਾ ਸਿਧਾਂਤ ਦਿੱਤਾ। 22 ਮੰਜੀਆਂ ਦੀ ਵੀ ਤੁਸੀਂ ਗੱਲ ਕੀਤੀ ਸੀ, ਵੱਡਾ ਨੈਟਵਰਕ ਤਿਆਰ ਹੋ ਚੁੱਕਾ ਸੀਗਾ। ਗੁਰੂ ਰਾਮਦਾਸ ਪਾਤਸ਼ਾਹ ਨੇ 52 ਕਿੱਤਿਆਂ ਦਾ ਬਾਜ਼ਾਰ ਸਥਾਪਿਤ ਕੀਤਾ। ਗੁਰੂ ਅਰਜਨ ਸਾਹਿਬ ਦੀ ਜੇਕਰ ਆਪਾਂ ਗੱਲ ਕਰੀਏ, ਗੁਰੂ ਅਰਜਨ ਸਾਹਿਬ ਤੱਕ ਕਿਸ ਤਰ੍ਹਾਂ ਦਾ ਮਾਹੌਲ ਸੀ, ਕਿਵੇਂ ਸਿੱਖ ਪੰਥ ਆਪਣੇ ਆਪ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਪਹੁੰਚਾ ਰਿਹਾ ਸੀ, ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਹਨੂਮੰਤ ਜੀ, ਇਤਿਹਾਸ ਸਾਡਾ ਬਹੁਤ ਲੰਬਾ ਹੈ ਜੀ। ਜੋ ਉਪਕਾਰ ਗੁਰੂ ਸਾਹਿਬ ਨੇ ਕਰਤੇ ਉਹ ਸ਼ਾਇਦ ਆਪਾਂ ਪੂਰੀ ਜ਼ਿੰਦਗੀ 'ਚ ਵੀ ਬਿਆਨ ਨਹੀਂ ਕਰ ਸਕਦੇ ਜੀ। ਬਿਲਕੁਲ, ਕਿਉਂਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਕੀ ਬਾਤ ਹੈ। ਦੋਨੇ ਚੀਜ਼ਾਂ ਦਾ ਫਰਕ ਹੈ ਕਿ ਅਸਮਾਨ ਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਗੁਰੂ ਸਾਹਿਬਾਨ ਦੇ ਜੋ ਤਾਰੇ ਹੋਏ ਨੇ ਉਹਨਾਂ ਨੂੰ ਅਸੀਂ ਗਿਣੇ ਨਹੀਂ ਸਕਦੇ। ਸਾਡੇ ਤੇ ਇੰਨਾ ਕੁ ਉਹਨਾਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਜੀ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਪਹਿਲੂਆਂ ਨੂੰ ਜਾਂ ਉਹਨਾਂ ਕੜੀਆਂ ਨੂੰ ਸਾਂਝਾ ਕਰੀਏ ਸੰਗਤ ਦੇ ਨਾਲ ਜਿਹੜੀਆਂ ਗੁਰੂ ਘਰਾਂ 'ਚ ਜਾਂ ਸਾਡੇ ਆਮ ਬੋਲਚਾਲ 'ਚ ਵਿਸਰ ਚੁੱਕੀਆਂ ਨੇ, ਜਿਨ੍ਹਾਂ ਨੂੰ ਜਾਂ ਇਹ ਕਹਿ ਲਓ ਕਿ ਅਸੀਂ ਉਸ ਪੁਆਇੰਟ ਨੂੰ ਸਮਝ ਨਹੀਂ ਸਕੇ। ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਇਹਦੇ ਬਾਬਤ, ਇੱਕ ਨਵਾਂ ਪੱਖ ਹੈ ਇਹ ਕਿ ਗੁਰੂ ਨਾਨਕ ਸਾਹਿਬ ਨੇ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਕੱਲਾ ਕਿਹਾ ਹੀ ਨਹੀਂ ਕਿ ਅਸੀਂ ਨੀਵਿਆਂ ਨੂੰ ਆਪਣੇ ਬਰਾਬਰ ਸਮਝਦੇ ਹਾਂ ਜਾਂ ਬਰਾਬਰ ਹਨ, ਉਹ ਇਨਸਾਨ ਨੇ, ਨੀਵਾਂ ਤਾਂ ਕੋਈ ਹੈ ਹੀ ਨਹੀਂ। ਉਹਨਾਂ ਨੇ ਬਾਣੀ ਵੀ ਲੈ ਲਈ, ਭਗਤ ਰਵਿਦਾਸ ਜੀ ਦੀ, ਭਗਤ ਨਾਮਦੇਵ ਜੀ ਦੀ, ਭਗਤ ਕਬੀਰ ਜੀ ਦੀ, ਜਿਨ੍ਹਾਂ ਨੂੰ ਅਖੌਤੀ ਉੱਚੀਆਂ ਜਾਤਾਂ ਨੇ ਨੀਵੇਂ ਕਿਹਾ ਹੋਇਆ ਸੀ, ਉਹਨਾਂ ਦੀ ਬਾਣੀ ਆਪਦੇ ਨਾਲ ਲੈ ਲਈ। ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਗੁਰੂ ਗ੍ਰੰਥ ਪਹਿਲਾਂ ਪੋਥੀ ਸਾਹਿਬ ਜਾਂ ਜਿਵੇਂ ਆਸਾ ਹੱਥ ਕਿਤਾਬ ਕੱਚ, ਗੁਰੂ ਨਾਨਕ ਸਾਹਿਬ ਕੋਲੇ ਉਹ ਕਿਤਾਬ ਸੀ ਜਿਹੜੀ ਉਹ ਬਾਣੀ ਦੀ ਉਹ ਸੀ ਜੀ। ਗੁਰੂ ਰਾਮਦਾਸ ਸਾਹਿਬ ਤੱਕ ਆਪਾਂ ਪਹੁੰਚ ਚੁੱਕੇ ਸੀ ਜੀ। ਇੱਕ ਉਦੋਂ ਪਿਛਲੇ ਐਪੀਸੋਡ 'ਚ ਆਪਣੇ ਚੁੱਕ ਘਟਨਾ ਦੀ ਜਾਣਕਾਰੀ ਦੇਣੀ ਰਹਿ ਗਈ ਸੀ ਕਿ ਇੱਕ ਮਸੰਦ ਪ੍ਰਥਾ ਚੌਥੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਜੀ, ਜਿਨ੍ਹਾਂ ਦੇ ਲਈ ਬਹੁਤ ਵਧੀਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਸਿੱਖੀ ਦੇ ਬਹੁਤ ਵੱਡੇ ਉਹ ਪ੍ਰਚਾਰਕ ਬਣੇ ਔਰ ਉਹਨੇ ਸਿੱਖੀ ਨੂੰ ਕੋਨੇ-ਕੋਨੇ 'ਚ ਦੇਸ਼ ਵਿਦੇਸ਼ 'ਚ ਪਹੁੰਚਾ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਵੈਸੇ ਤਾਂ ਵਿਦੇਸ਼ਾਂ ਤੱਕ ਪਹੁੰਚਾ ਚੁੱਕੇ ਸੀ। ਮਸੰਦਾਂ ਨੇ ਲਗਾਤਾਰ ਇੱਕ ਨੈਟਵਰਕ ਬਣਾ ਕੇ ਗੁਰੂ ਦੀ ਗੱਲ ਸਿਰੇ ਪਹੁੰਚਾਈ ਔਰ ਬੜਾ ਕਾਮਯਾਬ ਚੱਲਿਆ ਸੀ ਮਸੰਦ ਪ੍ਰਥਾ ਦਾ ਜੋ ਸਿਧਾਂਤ ਸੀ ਜੀ। ਜਦੋਂ ਪੰਚਮ ਪਾਤਸ਼ਾਹ ਗੁਰੂ ਪਾਤਸ਼ਾਹ ਆਏ ਨੇ ਹੁਣ ਗੁਰੂ ਗੱਦੀ ਦੇ ਉੱਤੇ, ਇਹ ਕੋਈ ਛੋਟੀ ਜਿਹੀ ਘਟਨਾ ਨਹੀਂ ਸੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵਾਂ ਸਰੂਪ ਗੁਰੂ ਨਾਨਕ ਸਾਹਿਬ ਦਾ ਜਦੋਂ ਆਏ, ਇਹ ਸਮਝ ਲਓ ਸਿੱਖ ਪੰਥ ਇੱਕ ਸੁਤੰਤਰ ਹੋਣ ਦੇ ਰੂਪ ਵਿੱਚ ਸਾਹਮਣੇ ਆ ਗਿਆ ਜੀ, ਕਿਉਂਕਿ ਸਿੱਖਾਂ ਨੂੰ ਆਪਣਾ ਸਥਾਪਿਤ ਵੱਖਰਾ ਕੇਂਦਰ ਮਿਲ ਗਿਆ। ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਪੋਥੀ ਸਾਹਿਬ, ਜਿਨ੍ਹਾਂ ਨੂੰ ਕਿ ਬਾਅਦ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਿਤ ਨਾਮ ਦੇ ਨਾਲ ਸੰਬੋਧਨ ਕਰਦੇ ਹਾਂ, ਇਹਨਾਂ ਨੂੰ ਕੰਪਲੀਟ ਕਰਨ ਦਾ, ਬਾਣੀ ਨੂੰ ਤਰਤੀਬਵਾਰ ਲਿਖਣ ਦਾ ਉਹਨਾਂ ਨੇ ਬੀੜਾ ਚੁੱਕਿਆ ਔਰ 1 ਸਾਲ ਦਾ ਲਗਭਗ ਟਾਈਮ ਲਾਇਆ ਉਹਨਾਂ ਨੇ ਕੱਲੀ ਬਾਣੀ ਦੇ ਸ਼ਬਦ ਨੂੰ, ਵਿਚਾਰ ਨੂੰ ਤਰਤੀਬ ਦੇਣ ਦੇ ਲਈ। ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ, ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਏ, ਪੋਥੀ ਸਾਹਿਬ ਸੰਪੂਰਨ ਹੋ ਗਏ, ਤਾਂ ਇਹ ਸਮਝ ਲਓ ਕਿ ਵਿਰੋਧੀਆਂ ਲਈ ਇਹ ਸਭ ਤੋਂ ਵੱਡਾ ਇੱਕ ਦੁਖਦਾਈ ਪਹਿਲੂ ਹੋ ਗਿਆ ਕਿ ਸਿੱਖਾਂ ਦਾ ਤਾਂ ਹੁਣ ਸਭ ਕੁਝ ਸਾਡੇ ਨਾਲ ਅੱਡ ਹੋ ਗਿਆ। ਇਹ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਭਾਈ ਸਾਹਿਬ ਰੁਕਣਾ ਚਾਹਾਂਗਾ। ਜਦੋਂ ਅਸੀਂ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਇਤਿਹਾਸ ਦੀਆਂ ਕੁਝ ਕੁ ਤਹਿਆਂ ਜਦੋਂ ਅਸੀਂ ਖੋਲੀਆਂ ਨੇ, ਸਾਡੇ ਸਾਹਮਣੇ ਆ ਰਿਹਾ ਕਿ ਆਦ ਬੀੜ
ਜਿਹਨੂੰ ਕਿ ਬਾਅਦ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਣ ਲੱਗਾ। ਆਦਿ ਬੀੜ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ। ਇਹ ਕਿਉਂ ਲੋੜ ਪਈ ਸੰਪਾਦਨਾ ਕਰਨ ਦੀ? ਤੇ ਉਸ ਸਮੇਂ ਜਿਹੜਾ ਲਿਖਾਰੀ ਸੀ, ਜੋ ਲਿਖਾਰੀ ਸਨ, ਭਾਈ ਗੁਰਦਾਸ ਜੀ ਤੋਂ ਲਿਖਾਇਆ ਗਿਆ। ਮੈਂ ਚਾਹਾਂਗਾ ਇਹਦੀ ਜਿਹੜੀ ਡੀਪਲੀ ਜਾਣਕਾਰੀ ਹੈ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੀ ਜਾਵੇ। ਦੇਖੋ ਹਨੂਮੰਤ ਜੀ, ਲਿਖਾਉਣ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਪੁਰਾਣੇ ਜਿੰਨੇ ਵੀ ਮਹਾਂਪੁਰਸ਼ਾਂ ਦੇ ਜੀਵਨ ਤੁਸੀਂ ਦੇਖੋਗੇ ਜਾਂ ਪੁਰਾਣੇ ਮਹਾਂਪੁਰਸ਼ ਜੋ ਵੀ ਆਏ, ਚਾਹੇ ਉਹ ਇਸਲਾਮ ਦੇ ਵਿੱਚ ਸੀ, ਈਸਾਈ ਧਰਮ ਦੇ ਵਿੱਚ ਸੀ, ਹਿੰਦੂ ਧਰਮ ਦੇ ਵਿੱਚ ਸੀ, ਉਹਨਾਂ ਦੀਆਂ ਜਿੰਨੀਆਂ ਲਿਖਤਾਂ ਨੇ ਉਹਨਾਂ ਤੋਂ ਕਾਫੀ ਚਿਰ ਬਾਅਦ ਉਹਨਾਂ ਦੇ ਚੇਲਿਆਂ ਨੇ ਲਿਖੀਆਂ ਨੇ ਜੀ। ਕਿਸੇ ਰਹਿਬਰ ਨੇ ਆਪ ਕੁਝ ਲਿਖ ਕੇ ਉਹ ਨਹੀਂ ਦੇ ਕੇ ਗਏ। ਔਰ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਜੋ ਕਿਹਾ ਉਹ ਲਿਖਿਆ ਔਰ ਉਹ ਇਨ ਬਿਨ ਸਾਡੇ ਤੱਕ ਪਹੁੰਚਾ ਦਿੱਤਾ। ਕੀ ਬਾਤ ਹੈ। ਇਹ ਵਰਲਡ ਦੇ ਵਿੱਚ, ਐਂ ਕਹਿ ਲਓ ਕਾਇਨਾਤ ਦੇ ਵਿੱਚ, ਇੱਕੋ ਇੱਕ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹੜੇ ਖੁਦ ਗੁਰੂ ਦੀ ਦੇਖ ਰੇਖ ਦੇ ਵਿੱਚ ਤਿਆਰ ਹੋਏ ਨੇ। ਔਰ ਭਾਈ ਗੁਰਦਾਸ ਜੀ ਨੇ ਬੜੀ ਸਖਤ ਘਾਲਣਾ ਘਾਲੀ, ਬਹੁਤ ਗੁਰੂ ਸਾਹਿਬ ਦੀ ਛਤਰ ਛਾਇਆ ਦੇ ਹੇਠਾਂ ਉਹਨਾਂ ਨੇ ਇੰਨੀ ਬਰੀਕੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਉਹਨਾਂ ਕੜੀਆਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ। ਮੈਂ ਇੱਕ ਦੋ ਤੁਹਾਨੂੰ ਛੋਟੇ ਜਿਹੇ ਐਗਜ਼ਾਮਪਲ ਦੇਣੀਆਂ ਚਾਹੂੰਗਾ ਉਹਦੇ ਵਿੱਚੋਂ। ਬਾਣੀ ਦੀ ਜੋ ਤਰਤੀਬ ਹੈ, ਸਭ ਤੋਂ ਪਹਿਲਾਂ ਸ਼੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਬਾਣੀਆਂ ਆਉਂਦੀਆਂ ਨੇ ਜੀ। ਜਪਜੀ ਸਾਹਿਬ, ਰਹਿਰਾਸ ਸਾਹਿਬ, ਸੋਲਾ ਸਾਹਿਬ, ਇਹ ਬਾਣੀਆਂ ਨੇ। ਉਪਰੰਤ ਰਾਗਾਂ ਦੀ ਤਰਤੀਬ ਸ਼ੁਰੂ ਹੋ ਜਾਂਦੀ ਹੈ। ਹਰੇਕ ਰਾਗ ਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ, ਫਿਰ ਉਸੇ ਰਾਗ 'ਚ ਗੁਰੂ ਅੰਗਦ ਸਾਹਿਬ ਦੀ, ਕਿਉਂਕਿ ਉਹਨਾਂ ਨੇ ਲਿਖੀ ਨਹੀਂ, ਉਹਨਾਂ ਦੇ ਸਿਰਫ ਸਲੋਕ ਨੇ, ਫਿਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ, ਫਿਰ ਖੁਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ। ਇਸੇ ਤਰ੍ਹਾਂ ਭਗਤਾਂ ਦੀ ਤਰਤੀਬ ਚੱਲਦੀ ਹੈ। ਬੜੀ ਲੜੀ ਦੇ ਵਿੱਚ ਪਰੋਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਕਿਉਂਕਿ ਇਹ ਜੇ ਅਸੀਂ ਖੁਦ ਉੱਥੇ ਬੈਠ ਕੇ ਸਮਝੀਏ ਜ਼ਿਆਦਾ ਬਰੀਕੀ ਨਾਲ ਸਮਝ ਆ ਸਕਦੀ ਹੈ। ਇੱਕ ਇੱਕ ਥਾਂ ਤੇ ਉਹਨਾਂ ਨੇ ਜਿੰਦਰੇ ਲਾਤੇ। ਜਦੋਂ ਤੁਸੀਂ ਤਰਤੀਬ ਦੇਖੋਗੇ ਨਾ ਤਾਂ ਵਿੱਚ ਐਡ ਨਹੀਂ ਕੁਝ ਹੋ ਸਕਦਾ। ਭੁਲੇਖੇ ਵੀ ਕਈ ਉਸ ਵੇਲੇ ਚੱਲੇ ਹੋਏ ਸੀ। ਹੁਣ ਸਭ ਤੋਂ ਵੱਡੀ ਗੱਲ ਹੈ, ਭਗਤ ਧੰਨਾ ਜੀ ਦਾ ਬੜਾ ਵੱਡਾ ਭੁਲੇਖਾ ਚੱਲਿਆ ਹੋਇਆ ਸੀ ਕਿ ਉਹਨਾਂ ਨੇ ਰੱਬ ਪੱਥਰ ਚੋਂ ਪਾਇਆ ਜੀ। ਬਿਲਕੁਲ, ਤੁਸੀਂ ਵੀ ਸੁਣਿਆ ਹੋਣਾ ਹੈ। ਮੈਂ ਖੁਦ ਇੱਕ ਥਾਂ ਤੇ ਸਟੇਜ ਦੇ ਉੱਤੇ ਕੋਈ ਪ੍ਰੋਗਰਾਮ ਦੇਖ ਰਿਹਾ ਸੀ, ਉੱਥੇ ਢਾਡੀ ਸਿੰਘ ਸਟੇਜ ਦੇ ਉੱਤੇ ਬੜੇ ਮਾਣ ਦੇ ਨਾਲ ਕਹਿ ਰਹੇ ਸੀ ਵੀ ਦੇਖੋ ਜੀ, ਗੁਰਬਾਣੀ ਦੇ ਵਿੱਚ ਕਿਹਾ ਗਿਆ ਕਿ ਪੱਥਰ ਦੇ ਵਿੱਚੋਂ ਰੱਬ ਨਹੀਂ ਮਿਲਦਾ, ਪਰ ਕਹਿੰਦੇ ਧੰਨੇ ਨੇ ਪ੍ਰਗਟ ਕਰ ਲਿਆ ਨਾ। ਮਤਲਬ ਕਿ ਉਹਨਾਂ ਨੂੰ ਇਹ ਨਹੀਂ ਪਤਾ, ਗੁਰਬਾਣੀ ਨੂੰ ਨੀਵਾ ਕਰਕੇ ਤੇ ਕਈ ਇਹ ਨਹੀਂ ਕਿ ਉਹ ਵਿਚਾਰੇ ਜਾਣ ਬੁੱਝ ਕੇ ਕਰ ਰਹੇ ਸੀ। ਸੋਚ ਇੰਨੀ ਕੁ ਹੈ, ਸਮਝ ਇੰਨੀ ਕੁ ਹੈ, ਉਹਨਾਂ ਦੀ ਸਟੱਡੀ ਇੰਨੀ ਕੁ ਹੈ। ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ ਪਾਇਆ ਤਾਂ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜੋ ਗੁੰਝਲ ਪਈ ਹੋਈ ਹੈ ਉਹਨਾਂ ਤੋਂ ਸੁਲਝ ਨਹੀਂ ਰਹੀ। ਬਿਲਕੁਲ, ਸੁਲਝ ਕਿਉਂ ਨਹੀਂ ਰਹੀ? ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਨਹੀਂ ਕੀਤਾ। ਹੁਣ ਕਈ ਵਾਰੀ ਇਹ ਖਿਆਲ ਆਉਂਦਾ ਵੀ ਇਹ ਗੱਲਾਂ ਥੋੜੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਹੋਣਗੀਆਂ। ਹੁਣ ਲੋਕ ਕਹਿੰਦੇ ਨੇ ਭਗਤ ਧੰਨਾ ਜੀ ਦਾ ਜੋ ਗੁਰੂ ਸੀ ਇੱਕ ਬ੍ਰਾਹਮਣ ਸੀ, ਉਹ ਤੋਂ ਪੱਥਰ ਲਏ, ਪੱਥਰਾਂ ਦੀ ਪੂਜਾ ਕੀਤੀ ਤੇ ਰੱਬ ਪਾ ਲਿਆ। ਬਿਲਕੁਲ, ਇਹ ਕਹਾਣੀ ਗੁਰੂ ਸਾਹਿਬਾਨਾਂ ਦੇ ਵੇਲੇ ਵੀ ਪ੍ਰਚਲਿਤ ਸੀ। ਔਰ ਕਮਾਲ ਦੀ ਗੱਲ ਦੇਖੋ, ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਤੁਹਾਨੂੰ ਤਰਤੀਬ ਦੱਸਿਆ ਨਾ ਬਾਣੀ ਲਿਖਣ ਦੀ, ਜਦੋਂ ਭਗਤ ਧੰਨਾ ਜੀ ਦੀ ਬਾਣੀ ਆ ਰਹੀ ਹੈ ਜੀ, ਇੱਥੇ ਤਰਤੀਬ ਤੋੜੀ ਫਿਰ ਉਹਨਾਂ ਨੇ ਆ ਕੇ। ਕਿਉਂ? ਕਿਉਂਕਿ ਭੁਲੇਖਾ ਕੱਢਣਾ ਸੀ। ਉੱਥੇ ਗੁਰੂ ਸਾਹਿਬ ਨੇ ਆਪਣਾ ਇੱਕ ਲਿਖਿਆ ਹੋਇਆ ਸ਼ਬਦ ਭਗਤ ਧੰਨਾ ਜੀ ਦੇ ਸ਼ਬਦਾਂ ਦੇ ਨਾਲ ਲਿਖਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ, ਬੁੰਨਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੇ ਗਣਿਆ। ਜੀ, 4 ਭਗਤ ਸਹਿਬਾਨਾਂ ਦੀ ਡਿਟੇਲ ਦਿੱਤੀ ਕਿ ਇਹਨਾਂ ਨੇ ਰੱਬ ਇਸ ਢੰਗ ਨਾਲ ਪਾਇਆ। ਹੁਣ ਜਦੋਂ ਇਹ ਡਿਟੇਲ ਦੇ ਕੇ ਫਿਰ ਉਹਨਾਂ ਨੇ ਅੱਗੇ ਫੈਸਲਾ ਕੀਤਾ, ਇਹ ਵਿਧ ਸੁਣ ਕੇ, ਆ 4 ਭਗਤਾਂ ਬਾਰੇ ਸੁਣ ਕੇ, ਪੰਡਤ ਦਾ ਕੋਈ ਜ਼ਿਕਰ ਨਹੀਂ ਨਾ, ਨਹੀਂ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹਨਾਂ ਨੂੰ ਦੇਖ ਕੇ ਤਾਂ ਉਹ ਭਗਤੀ ਕਰਨ ਲੱਗੇ ਨੇ ਜਾਂ ਸੁਣ ਕੇ ਲੱਗੇ ਨੇ ਜੀ। ਅਸੀਂ ਕਹਿੰਦੇ ਪੰਡਤ ਦੀ ਦੇਖ ਕੇ ਲੱਗੇ ਨੇ। ਹੁਣ ਇਹ ਦੱਸੋ, ਅਸੀਂ ਸੱਚੀ ਗੱਲ ਜਾਂ ਇਹ ਕਹਿ ਲਓ ਸਾਡੇ ਲਈ ਜੋ ਸਦੀਵੀ ਸੱਚ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਾਂ ਸਾਖੀਆਂ ਕਹਾਣੀਆਂ ਦਾ? ਗੁਰੂ ਅਰਜਨ ਸਾਹਿਬ ਤੋਂ ਉੱਪਰ ਤਾਂ ਸੱਚਾਈ ਕੋਈ ਨਹੀਂ। ਔਰ ਉਹ ਕਹਿ ਰਹੇ ਨੇ ਇਹਨਾਂ ਨੇ ਤਾਂ ਇਹਨਾਂ ਨੂੰ ਵਿਧ ਦੇਖ ਕੇ ਭਗਤੀ ਤੇ ਲੱਗੇ ਨੇ ਔਰ ਪਰਮਾਤਮਾ ਪਾ ਲਿਆ। ਯਾਨੀ ਜਿਸ ਤਰ੍ਹਾਂ ਸਾਨੂੰ ਸਾਖੀਆਂ ਰਾਹੀਂ ਸਮਝਾਇਆ ਗਿਆ, ਦੱਸਿਆ ਗਿਆ, ਅਸੀਂ ਉਸੇ ਦਰ ਪ੍ਰਤੀ ਦਰ ਚੱਲਦੇ ਗਏ ਤੇ ਜੋ ਗੁਰਬਾਣੀ ਦੀ ਸੱਚਾਈ ਸੀਗੀ ਉਹ ਤੋਂ ਅਸੀਂ ਕਿਤੇ ਨਾ ਕਿਤੇ ਵੇਸਲੇ ਰਹਿ ਗਏ। ਬਿਲਕੁਲ ਹਨੂਮੰਤ ਜੀ, ਸਾਖੀਆਂ ਬਾਣੀ ਨੂੰ ਸਮਝਣ ਲਈ ਤਾਂ ਹੁੰਦੀਆਂ ਨੇ, ਪਰ ਅਸੀਂ ਕੀ ਕਰ ਲਿਆ, ਅਸੀਂ ਸਾਖੀਆਂ ਨੂੰ ਹੀ ਸੱਚ ਮੰਨ ਕੇ ਬੈਠ ਗਏ। ਬਿਲਕੁਲ, ਸਾਖੀਆਂ ਤੇ ਖੜ ਗਏ। ਕਿਸੇ ਵੀ ਚੀਜ਼ ਨੂੰ ਦਿਲਚਸਪ ਬਣਾਉਣ ਦੇ ਲਈ ਉਹਦੇ 'ਚ ਕੁਛ ਰਲਾ ਕਰਨਾ ਪੈਂਦਾ ਹੈ। ਸਬਜ਼ੀ ਬਣਾਉਨੇ ਆਪਾਂ ਘਰ 'ਚ ਤੇ ਕਹਿੰਦੇ ਨਾ ਤੜਕਾ ਲਾ ਲਓ, ਬਿਲਕੁਲ ਸਵਾਦਿਸ਼ਟ ਬਣ ਜਾਂਦੀ ਹੈ। ਥੋੜਾ ਜਿਹਾ ਹੋਰ ਮਸਾਲਾ ਪਾ ਲਓ,
ਹੋਰ ਸਵਾਦ ਬਣ ਜਾਂਦੀ ਹੈ। ਸਾਡੀਆਂ ਸਾਖੀਆਂ ਨਾਲ ਇਹ ਭੈੜ ਵਰਤਿਆ। ਇੱਕ ਬੰਦੇ ਨੇ ਜਿਹੜੀ ਸਾਖੀ ਸੁਣਾਈ ਬੜੀ ਚੰਗੀ ਲੋਕਾਂ ਨੂੰ ਲੱਗੀ, ਉਹੀ ਸਾਖੀ ਜਦੋਂ ਦੂਸਰੇ ਬੰਦੇ ਨੂੰ ਸੁਣਾਣੀ ਪਈ ਉਹਨੇ ਹੋਰ ਤੜਕਾ ਲਾਤਾ। ਉਹਨੂੰ ਤੜਕਾ ਲਾਉਣ ਨਾਲ ਸਵਾਦ 'ਚ ਹੋਰ ਫਰਕ ਪੈ ਗਿਆ। ਤੀਸਰਾ ਬੰਦਾ ਆਇਆ, ਉਹਨੇ ਫੇਰ ਤੜਕਾ ਲਾਤਾ। ਉਹ ਇੰਨਾ ਕੁ ਤੜਕਾ ਲੱਗ ਗਿਆ ਉਹਨੂੰ, ਉਹਦੇ ਵਿੱਚੋਂ ਅਸਲੀ ਜੋ ਸਬਜ਼ੀ ਦਾ ਸਵਾਦ ਸੀ ਉਹ ਖਤਮ ਹੋ ਗਿਆ। ਮਸਾਲੇ ਇੰਨੇ ਜ਼ਿਆਦਾ ਹੋ ਗਏ, ਉਹ ਸਾਡੀ ਸਿਹਤ ਨੂੰ ਨੁਕਸਾਨ ਕਰ ਰਹੇ ਨੇ। ਡਾਕਟਰ ਜਦੋਂ ਜ਼ਿਆਦਾ ਮਸਾਲੇ ਅਸੀਂ ਖਾ ਕੇ ਆਪਦੀ ਫੂਡ ਪਾਈਪ ਖਰਾਬ ਕਰ ਲੈਂਦੇ ਹਾਂ ਤਾਂ ਡਾਕਟਰ ਕਹਿੰਦਾ ਹੁਣ ਤੁਹਾਨੂੰ ਮਸਾਲੇ ਵਾਲੀਆਂ ਚੀਜ਼ਾਂ ਬੰਦ ਨੇ ਭਾਈ, ਉਹ ਬਲਵੀਆਂ ਹੋਈਆਂ ਹੀ ਖਾਇਓ। ਤੇ ਅੱਜ ਸਾਨੂੰ ਸਿਰਫ ਬਾਣੀ ਦੇ ਲੜ ਲੱਗਣ ਦੀ ਲੋੜ ਹੈ। ਇਹ ਜਿਹੜੇ ਮਸਾਲੇ ਵਾਲੀਆਂ ਸਾਖੀਆਂ ਨੇ ਇਹਨਾਂ ਨੂੰ ਛੱਡ ਕੇ ਸਿੱਧੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਈਏ ਜੇ ਹੁਣ ਬਚਣਾ ਹੈ ਤਾਂ। ਬਹੁਤ ਖੂਬ, ਕੀ ਬਾਤ ਹੈ। ਸੋ ਹਨੂੰਮੰਤ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਉਦੋਂ ਸਾਨੂੰ ਸਮਝਾ ਗਏ। ਸੋ ਉਹਨਾਂ ਨੇ ਜੋ ਮਹਾਨ ਉਪਕਾਰ ਕੀਤੇ, ਮਸੰਦ ਪਰੰਪਰਾ ਨੂੰ ਹੋਰ ਤਰਤੀਬ ਦਿੱਤੀ, ਹੋਰ ਵੱਡੇ ਲੈਵਲ ਤੇ ਪ੍ਰਚਾਰ ਦੌਰੇ ਕੀਤੇ, ਕੇਂਦਰ ਸਥਾਪਿਤ ਕੀਤੇ, ਧਰਮਸ਼ਾਲਾਵਾਂ ਕਾਇਮ ਕੀਤੀਆਂ ਜੀ। ਈਵਨ ਕਿ ਹਸਪਤਾਲ ਬਣਾਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋੜਿਆਂ ਦੇ ਇਲਾਜ ਕਰਨ ਦੇ ਲਈ। ਔਰ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਇਸ ਕੰਮ ਨੂੰ ਕੀਤਾ। ਜਿਨ੍ਹਾਂ ਨੂੰ ਲੋਕ, ਜਿਹਨੂੰ ਕਿਸੇ ਨੂੰ ਕੋੜ ਹੋ ਜਾਂਦਾ ਸੀ ਉਹਨੂੰ ਘਰ ਤੋਂ ਬਾਹਰ ਜੰਗਲਾਂ 'ਚ ਛੱਡ ਆਉਂਦੇ ਸੀ ਕਿ ਇਹ ਤਾਂ ਨਾ ਮੁਰਾਦ ਬਿਮਾਰੀ ਹੈ, ਮਾੜੀ ਬਿਮਾਰੀ ਹੈ। ਮੇਰੇ ਗੁਰੂ ਪਾਤਸ਼ਾਹ ਖੁਦ ਉਹਨਾਂ ਦੀ ਸੇਵਾ ਕਰਦੇ ਰਹੇ। ਇੰਨੀ ਕੁ ਸੇਵਾ ਕਰਦੇ ਸੀ, ਇੰਨੀ ਕੁ ਸੇਵਾ ਕਰਦੇ ਸੀ। ਮੈਂ ਇੱਕ ਵਾਰੀ ਸਾਖੀ ਪੜ੍ਹੀ, ਉਹਦੇ 'ਚ ਲਿਖਿਆ ਹੋਇਆ ਕਿ ਕਾਬਲ ਦੀ ਸੰਗਤ ਪਹਿਲੀ ਵਾਰ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਲਈ ਆਈ। ਉਦੋਂ ਚੜ੍ਹਦੀ ਜਵਾਨੀ 'ਚ 20 ਸਾਲ ਦੀ ਉਮਰ ਸੀ ਪਾਤਸ਼ਾਹ ਦੀ। ਉਹਨਾਂ ਨੇ ਦਰਸ਼ਨ ਨਹੀਂ ਕੀਤੇ ਸੀ। ਥੱਕੇ ਹਾਰੀ ਸੰਗਤ ਆਈ ਤੇ ਉੱਥੇ ਸਾਰੇ ਨੌਜਵਾਨ ਸੇਵਾ ਕਰ ਰਹੇ ਸੀ। ਸੰਗਤ ਦੀ ਜੋ ਆਈ ਹੋਈ, ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਇਸ਼ਨਾਨ ਲਈ ਪਾਣੀ ਲੈ ਕੇ ਆ ਰਿਹਾ ਜੀ, ਤੇ ਸਾਰੇ ਨੌਜਵਾਨ ਸੇਵਾ ਕਰ ਰਹੇ ਨੇ। ਸਵੇਰ ਵੇਲੇ ਉਹ ਸੰਗਤ ਉੱਠੀ ਤਾਂ ਕਿ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰੀਏ। ਸਾਰੇ ਚਲੇ ਗਏ ਤਾਂ ਇੱਕ ਨੌਜਵਾਨ ਉੱਥੇ ਸੇਵਾ ਕਰ ਰਿਹਾ ਸੀ। ਉਹਨਾਂ ਨੂੰ ਕਿਹਾ ਉਹਨਾਂ ਨੇ, ਭਾਈ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ, ਤੁਸੀਂ ਤਾਂ ਇੱਥੇ ਹੀ ਹੋ, ਸਾਡੇ ਜੋੜਿਆਂ ਦਾ ਤੇ ਸਮਾਨ ਦਾ ਖਿਆਲ ਰੱਖਿਓ, ਕੋਈ ਨਹੀਂ ਹੈਗਾ ਇੱਥੇ। ਤੇ ਉਹ ਨੌਜਵਾਨ ਉੱਥੇ ਬੈਠ ਗਏ ਉਹਨਾਂ ਦੀ ਸਮਾਨ ਦੀ ਰਾਖੀ ਕਰਨ ਦੇ ਲਈ। ਸੰਗਤ ਪਹੁੰਚ ਗਈ ਹਾਲ 'ਚ, ਦੀਵਾਨ ਹਾਲ ਜੋ ਉੱਥੇ ਲੱਗਿਆ ਸੀ, ਪਰ ਗੁਰੂ ਪਾਤਸ਼ਾਹ ਆਏ ਨਹੀਂ। ਤਾਂ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਪਾਤਸ਼ਾਹ ਨਹੀਂ ਆਏ, ਗੁਰਦੇਵ ਪਾਤਸ਼ਾਹ ਕਿੱਥੇ ਨੇ? ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਉਹ ਤਾਂ ਤੁਹਾਡੇ ਕੋਲੇ ਉੱਥੇ ਗਏ ਸੀ। ਉਹ ਕਹਿੰਦੇ ਜੀ ਉੱਥੇ ਤਾਂ ਅਸੀਂ ਦੇਖੇ ਨਹੀਂ। ਤੇ ਜਦੋਂ ਵਾਪਸ ਆਏ ਦੇਖਿਆ ਉਹ ਨੌਜਵਾਨ ਖੁਦ ਗੁਰੂ ਅਰਜਨ ਪਾਤਸ਼ਾਹ ਸੀਗੇ ਜਿਹੜੇ ਉਹਨਾਂ ਦੇ ਸਮਾਨ ਦੀ ਰਾਖੀ ਬੈਠੇ ਸੀ। ਔਰ ਬਾਬਾ ਬੁੱਢਾ ਜੀ ਨੇ ਕਿਹਾ ਕਿ ਗੁਰਸਿੱਖੋ ਇਹੀ ਤੇ ਗੁਰੂ ਅਰਜਨ ਸਾਹਿਬ ਨੇ। ਤੇ ਉਹ ਸੰਗਤ ਕਿਵੇਂ ਨਹੀਂ ਬਲਿਹਾਰ ਜਾਊਗੀ ਗੁਰੂ ਤੋਂ, ਜਿਹੜਾ ਗੁਰੂ ਸੰਗਤ ਲਈ ਸਾਰਾ ਕੁਝ ਕਰ ਰਿਹਾ, ਸੰਗਤ ਲਈ। ਸੋ ਗੁਰੂ ਪਾਤਸ਼ਾਹ ਨੇ ਇਹ ਤਾਂ ਕੰਮ ਸੀਗੇ ਜਿਹੜੇ ਹੁੰਦੇ ਰਹੇ। ਅਖੀਰ ਵਿੱਚ ਆ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਗਈ। ਰਾਮਸਰ ਦੇ ਸਥਾਨ ਦੇ ਉੱਤੇ ਉਹਨਾਂ ਨੇ 1 ਸਾਲ ਦਾ ਸਮਾਂ ਲਾ ਕੇ ਬਾਣੀ ਨੂੰ ਤਰਤੀਬ ਦਿੱਤੀ। ਉਦੋਂ ਫਿਰ ਕੁਝ ਭਗਤ ਆਏ, ਕਾਨਾ, ਪੀਲੂ, ਛੱਜੂ, ਜਿਨ੍ਹਾਂ ਦਾ ਜ਼ਿਕਰ ਮਿਲਦਾ, ਸ਼ਾਹ ਹੁਸੈਨ ਵਗੈਰਾ। ਉਹਨਾਂ ਨੇ ਕਿਹਾ ਸਾਡੀ ਬਾਣੀ ਵੀ ਤੁਸੀਂ ਲਿਖੋ। ਗੁਰੂ ਪਾਤਸ਼ਾਹ ਨੇ ਕਿਹਾ ਭਾਈ ਸੁਣਾਓ। ਉਹਨਾਂ ਨੇ ਜਦੋਂ ਬਾਣੀ ਸੁਣਾਈ ਉਹ ਗੁਰਬਾਣੀ ਦੇ ਤੱਥਾਂ ਦੇ ਨਾਲ ਮੇਲ ਨਹੀਂ ਸੀ ਖਾਂਦੀ। ਤੇ ਗੁਰੂ ਪਾਤਸ਼ਾਹ ਨੇ ਕਹਿਤਾ ਭਾਈ ਅਸੀਂ ਇਸ ਬਾਣੀ ਨੂੰ ਦਰਜ ਨਹੀਂ ਕਰ ਸਕਦੇ। ਉਹ ਨਾਰਾਜ਼ ਵੀ ਹੋਏ ਔਰ ਵਿਰੋਧੀ ਵੀ ਹੋਏ। ਸਮੇਂ ਦੇ ਹਾਕਮ ਤਾਂ ਪਹਿਲਾਂ ਹੀ ਵਿਰੋਧੀ ਸੀ, ਕਿਉਂਕਿ ਦੇਖ ਰਹੇ ਸੀ ਇਹ ਨਿੱਤ ਦਾ ਜੋ ਇਹਨਾਂ ਦਾ ਪੰਥ ਵੱਧ ਰਿਹਾ ਇਹ ਸਾਡੇ ਲਈ ਖਤਰਾ ਹੈ। ਹਰ ਉਸ ਬੰਦੇ ਲਈ ਸੱਚਾ ਬੰਦਾ ਖਤਰਾ ਹੁੰਦਾ ਜਿਹੜਾ ਮਜ਼ਲੂਮਾਂ ਦੇ ਨਾਲ ਖੜਦਾ ਹੈ, ਔਰ ਗੁਰਗੱਦੀ ਹਮੇਸ਼ਾ ਮਜ਼ਲੂਮਾਂ ਦੇ ਨਾਲ ਖੜੀ ਸੀ। ਸੋ ਗੁਰੂ ਪਾਤਸ਼ਾਹ ਨੇ ਇਹ ਬਹੁਤ ਵੱਡਾ ਕਾਰਜ ਕਰ ਦਿੱਤਾ। ਵਿਰੋਧੀ ਲਗਾਤਾਰ ਦੁਸ਼ਮਣ ਬਣਦੇ ਗਏ ਔਰ ਅੰਤ ਜੋ ਹੋਇਆ ਸੀ ਉਹਦੇ ਬਾਰੇ ਆਪਾਂ ਜ਼ਿਕਰ ਕਰੀਏ ਕਿ ਜਿਹੜਾ ਫਿਰ ਸਾਡੇ ਇਸ ਇਤਿਹਾਸ ਨੂੰ ਵੱਡਾ ਮੋੜ ਮਿਲਿਆ। ਇੱਕ ਐ ਸਮਝ ਲਓ, ਇੱਕ ਸ਼ਾਂਤਮਈ ਚੱਲ ਰਹੇ ਧਰਮ ਨੂੰ, ਇੱਕ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਾਂਤੀ ਦੇ ਮਸੀਹਾ ਵੀ ਕਿਹਾ ਜਾਂਦਾ ਹੈ। ਬਿਲਕੁਲ, ਸ਼ਹੀਦਾਂ ਦੇ ਸਰਤਾਜ ਔਰ ਸ਼ਾਂਤੀ ਦੇ ਮਸੀਹਾ, ਕਿਉਂਕਿ ਇੰਨੇ ਕੁ ਸ਼ਾਂਤ ਸੁਭਾਅ ਦੇ ਸੀ, ਕਦੇ ਕਿਸੇ ਨੂੰ ਮਾੜਾ ਬੋਲੇ ਹੀ ਨਹੀਂ, ਉੱਚਾ ਨਹੀਂ ਬੋਲਣਾ ਕਿਸੇ ਨੂੰ, ਹਮੇਸ਼ਾ ਹੀ ਮਿੱਠਤ 'ਚ, ਸੇਵਾ 'ਚ। ਸੰਗਤਾਂ ਉਹਨਾਂ ਤੋਂ ਬਲਿਹਾਰ ਜਾਂਦੀਆਂ ਸੀ ਕਿ ਇਹੋ ਜਿਹੇ ਸਾਡੇ ਮਾਲਕ ਨੇ, ਸਾਡੇ ਬਾਪ ਨੇ, ਸਾਡੇ ਗੁਰੂ ਨੇ। ਸੋ ਜਦੋਂ ਜ਼ੁਲਮ ਵੱਧਦਾ ਗਿਆ, ਗੁਰੂ ਪਾਤਸ਼ਾਹ ਦੇ ਖਿਲਾਫ ਸਾਜ਼ਿਸ਼ਾਂ ਡੂੰਘੀਆਂ ਹੁੰਦੀਆਂ ਗਈਆਂ। ਅਖੀਰ ਕੀ ਹੋਇਆ ਕਿ ਚੰਦੂ ਅਤੇ ਹੋਰ ਬੇਅੰਤ ਬੰਦੇ, ਖਾਸ ਕਰ ਜਹਾਂਗੀਰ ਆਪ ਲਿਖਦਾ ਤੁਜ਼ਕੇ ਜਹਾਂਗੀਰੀ ਦੇ ਵਿੱਚ ਕਿ ਗੋਇੰਦਵਾਲ ਦੇ ਕੰਢੇ ਇੱਕ ਹਿੰਦੂ ਫਕੀਰ ਜਿਹਦਾ ਅਰਜਨ ਨਾਮ ਸੀ, ਉਹਦੀ ਵਰਡਿੰਗ ਹੈ ਇਹ, ਉਹ ਹਿੰਦੂ ਪੀਰਾਂ ਫਕੀਰਾਂ ਦੇ ਭੇਸ 'ਚ ਰਹਿੰਦਾ ਸੀ। ਤੇ ਮੇਰੇ ਦਿਲ 'ਚ ਬੜੇ ਚਿਰ ਦੀ ਤਮੰਨਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ, ਸਿੱਖ ਧਰਮ ਦੇ ਅਸਥਾਨ ਨੂੰ ਝੂਠ ਦੀ ਦੁਕਾਨ ਲਿਖਦਾ ਕਿ ਇਸ ਝੂਠ ਦੀ ਦੁਕਾਨ ਨੂੰ ਜਾਂ ਤਾਂ ਬੰਦ ਕਰਾਂ ਜਾਂ ਇਹਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਵਾਂ। ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰਹੰਦੀ, ਇਹਨਾਂ ਨੇ ਇਹ ਬਹੁਤ ਕੱਟੜ ਉਸ ਵੇਲੇ ਦੇ ਹਾਕਮ ਸੀ ਜਿਨ੍ਹਾਂ ਨੇ ਜਹਾਂਗੀਰ ਨੂੰ ਗੱਦੀ ਤੇ ਬੈਠਣ ਦੇ ਲਈ ਮਦਦ ਕੀਤੀ। ਔਰ ਗੱਦੀ ਤੇ ਬਿਠਾ ਕੇ ਮਦਦ ਕਰਨ ਤੋਂ ਬਾਅਦ ਇਹੀ ਉਹਦੇ ਕੋਲੋਂ
ਸਮਝ ਲਓ ਉਸ ਦੇ ਬਦਲਾ ਲਿਆ ਸੀ। ਬਦਲੇ 'ਚ ਇਹ ਲਿਆ ਕਿ ਗੁਰੂ ਅਰਜਨ ਸਾਹਿਬ ਨੂੰ ਤੂੰ ਖਤਮ ਕਰਨਾ ਹੈ। ਸੋ ਗੁਰੂ ਸਾਹਿਬ ਨੂੰ ਛੋਟਾ ਜਿਹਾ ਬਹਾਨਾ ਬਣਾ ਕੇ ਕਿ ਤੁਸੀਂ ਇਹ ਗ੍ਰੰਥ ਦੇ ਵਿੱਚ ਸਾਡੇ ਖਿਲਾਫ ਲਿਖਿਆ, ਸਾਡੇ ਰਹਿਬਰਾਂ ਦੇ ਖਿਲਾਫ ਲਿਖਿਆ, ਤਾਂ ਉਹ ਬਹਾਨੇ ਬਣਾਏ, ਝੂਠੇ ਬਹਾਨੇ ਘੜੇ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਸੀ, ਤੇ ਗੁਰਦੇਵ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬਾਗੀ ਹੋ, ਬਗਾਵਤ ਕੀਤੀ ਹੈ। ਹਰ ਤਰ੍ਹਾਂ ਦਾ ਬਹਾਨਾ ਝੂਠਾ ਉਹਨਾਂ ਦੇ ਉੱਤੇ ਲਾ ਦਿੱਤਾ ਗਿਆ। ਉਹ ਤਾਂ ਸੋਚਦੇ ਸੀ ਕਦੋਂ ਕੋਈ ਇਹੋ ਜਿਹਾ ਕੁਝ ਸਟੈਪ ਚੱਕੇ ਤੇ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਝੂਠ ਦੇ ਜ਼ੁਲਮ ਵਿੱਚ ਫਸਾਈਏ। ਬਿਲਕੁਲ ਜੀ, ਬਿਲਕੁਲ, ਕਿਉਂਕਿ ਇਹ ਸੱਚਾਈ ਹੈ ਹਨੂੰਮੰਤ ਜੀ। ਜਦੋਂ ਕੋਈ ਤਕੜਾ ਕਿਸੇ ਨੂੰ ਮਾਰਨਾ ਚਾਹੁੰਦਾ ਬਹਾਨੇ ਤਾਂ ਬਣਾ ਲੈਂਦੇ। ਕਹਿੰਦੇ ਇੱਕ ਜੰਗਲ 'ਚ ਨਾ ਜਾਨਵਰਾਂ ਨੇ ਇਹ ਪਲਾਨਿੰਗ ਕਰ ਲਈ, ਹੁਕਮ ਹੋ ਗਿਆ ਉਹਨਾਂ ਦੇ, ਪੰਚਾਇਤ ਨੇ ਕਰ ਦਿੱਤਾ ਵੀ ਬਿਨਾਂ ਕਿਸੇ ਕਾਰਨ ਤੋਂ ਕੋਈ ਜਾਨਵਰ ਦੂਜੇ ਜਾਨਵਰ ਨੂੰ ਨਹੀਂ ਮਾਰੂਗਾ। ਉਹ ਕਹਿੰਦੇ ਇੱਕ ਵਾਰੀ ਇੱਕ ਲੇਲਾ ਦਰਿਆ ਤੇ ਪਾਣੀ ਪੀ ਰਿਹਾ ਤੇ ਉੱਥੇ ਬਘਿਆੜ ਵੀ ਪਾਣੀ ਪੀਣ ਆ ਗਿਆ। ਉਹਦਾ ਜੀ ਕਰਿਆ ਮੈਂ ਇਸ ਲੇਲੇ ਨੂੰ ਖਾਵਾਂ। ਭੇਡ ਦੇ ਬੱਚੇ ਨੂੰ ਅਸੀਂ ਜਾਂ ਬੱਕਰੀ ਦੇ ਬੱਚੇ ਨੂੰ ਲੇਲਾ ਕਹਿ ਦਿੰਦੇ ਹਾਂ, ਉਹਨੂੰ ਖਾਣ ਨੂੰ ਦਿਲ ਕੀਤਾ ਉਹਦਾ। ਤਾਂ ਉਹਨੇ ਉਹਦੇ ਵੱਲ ਦੇਖਿਆ, ਬਹਾਨਾ ਤਾਂ ਚਾਹੀਦਾ ਸੀ ਨਾ ਕੋਈ। ਉਹਨੇ ਕਿਹਾ ਤੈਨੂੰ ਪਤਾ ਨਹੀਂ ਮੈਂ ਪਾਣੀ ਪੀ ਰਿਹਾ ਸੀ ਤੇ ਤੂੰ ਨਦੀ ਦਾ ਪਾਣੀ ਜੂਠਾ ਕਰਤਾ। ਤਾਂ ਲੇਲੇ ਨੇ ਜਵਾਬ ਦਿੱਤਾ, ਮਹਾਰਾਜ ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਵੱਲ ਆ ਰਿਹਾ, ਤੁਹਾਡਾ ਜੂਠਾ ਤਾਂ ਪਾਣੀ ਮੈਂ ਪੀ ਰਿਹਾ। ਬਘਿਆੜ ਨੂੰ ਹੋਰ ਲਫ਼ਜ਼ ਨਹੀਂ ਆਉੜਿਆ। ਉਹਨੇ ਕਿਹਾ ਅੱਛਾ ਤੂੰ ਉਹੀ ਹੈ ਜਿਹਨੇ ਮੈਨੂੰ ਪਿਛਲੇ ਸਾਲ ਗਾਲਾਂ ਕੱਢੀਆਂ ਸੀ। ਉਹਨੇ ਕਿਹਾ ਮਹਾਰਾਜ ਮੇਰੀ ਤਾਂ ਉਮਰ 6 ਮਹੀਨਿਆਂ ਦੀ ਹੈ, ਮੈਂ ਗਾਲਾਂ ਕਿੱਥੋਂ ਕੱਢਦੀਆਂ। ਫਿਰ ਉਹਨੇ ਜਵਾਬ ਦਿੱਤਾ, ਕਹਿੰਦਾ ਫਿਰ ਗਾਲਾਂ ਤੈਂ ਨਹੀਂ ਕੱਢੀਆਂ ਹੋਣਗੀਆਂ, ਤੇਰੇ ਪਿਓ ਨੇ ਕੱਢੀਆਂ ਹੋਣਗੀਆਂ, ਛੱਡਦਾ ਮੈਂ ਤੈਨੂੰ ਹੈ ਨਹੀਂ। ਕਹਿਣ ਦਾ ਭਾਵ ਬਹਾਨਾ ਬਣਾਇਆ ਤੇ ਖਤਮ ਕੀਤਾ। ਇਸੇ ਤਰ੍ਹਾਂ ਤਕੜੇ ਹਾਕਮ ਹੁੰਦੇ ਨੇ ਜਿਹੜੇ ਉਹ ਬਹਾਨਾ ਬਣਾਉਂਦੇ ਨੇ ਆਪਣੇ ਵਿਰੋਧੀਆਂ ਨੂੰ ਕਿਸੇ ਵੀ ਢੰਗ ਨਾਲ ਖਤਮ ਕਰਨ ਦਾ। ਉਹ ਕਿੰਨੀਆਂ ਵੀ ਦਲੀਲਾਂ ਸੱਚਾਈ ਦੀਆਂ ਦੇ ਲੈਣ, ਉਹਨਾਂ ਦੀ ਦਲੀਲ ਫਿਰ ਸੁਣੀ ਨਹੀਂ ਜਾਂਦੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨਿਰਦੋਸ਼ ਸੀ, ਕੋਈ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ, ਮਨੁੱਖਤਾ ਦੇ ਨਾਲ ਖੜੇ ਨੇ, ਸ਼ਾਂਤੀ ਦੇ ਮਸੀਹਾ, ਗੁਰਬਾਣੀ ਲੋਕਾਂ ਨੂੰ ਜੀਵਨ ਦੇਣ ਵਾਲੀ ਉਹਨਾਂ ਨੇ ਬਖਸ਼ਿਸ਼ ਕੀਤੀ। ਇਹੀ ਉਹਨਾਂ ਦਾ ਗੁਨਾਹ ਸੀ। ਐ ਸਮਝ ਲਓ ਜੋ ਗੁਨਾਹ ਫੁੱਲਾਂ ਦਾ ਹੁੰਦਾ ਹੈ, ਇੱਕ ਫੁੱਲ ਨੂੰ ਅਸੀਂ ਕਿਉਂ ਤੋੜ ਲੈਂਦੇ ਹਾਂ? ਕਿਉਂਕਿ ਉਹਦੀ ਖੂਬਸੂਰਤੀ ਉਹਦੀ ਦੁਸ਼ਮਣ ਬਣ ਜਾਂਦੀ ਹੈ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਿਹੜੇ ਗੁਣ ਸੀ ਉਹ ਉਹਨਾਂ ਦੇ ਦੁਸ਼ਮਣ ਬਣ ਗਏ। ਸੋ ਉਹਨਾਂ ਨੂੰ ਗ੍ਰਿਫਤਾਰ ਕਰਕੇ ਯਾਸਾ ਅਤੇ ਸਿਆਸਤ, ਇਹ ਚੰਗੇਜ਼ ਖਾਨ ਨੇ ਕਾਨੂੰਨ ਬਣਾਏ ਸੀ। ਚੰਗੇਜ਼ ਖਾਨ ਉਹ ਬਾਦਸ਼ਾਹ ਹੋਇਆ ਜਿਹੜਾ ਬਹੁਤ ਦਰਿੰਦਾ ਸੀ, ਇੰਨਾ ਕੁ ਦਰਿੰਦਾ ਕਿ ਉਹਦੇ ਅੰਦਰ ਰਹਿਮ ਨਾਮ ਦੀ ਕੋਈ ਸ਼ੈ ਨਹੀਂ ਸੀ। ਜਦੋਂ ਉਹ ਚੱਲਦਾ ਸੀ ਉਹਨੇ ਹੁਕਮ ਕੀਤਾ ਹੋਇਆ ਸੀ ਕਿ ਜਦੋਂ ਮੇਰੀ ਸਵਾਰੀ ਲੰਘੇ 1000 ਬੰਦੇ ਦਾ ਕੱਟਿਆ ਹੋਇਆ ਸਿਰ ਨੇਜਿਆਂ ਤੇ ਲੈ ਕੇ ਮੇਰੇ ਅੱਗੇ ਚੱਲਣਾ ਹੈ। ਜੇ ਕਿਸੇ ਨੇ ਪੁੱਛਿਆ ਕਿ ਮਹਾਰਾਜ ਇਹ ਕਿਉਂ, ਉਹ ਕਹਿੰਦਾ ਪਤਾ ਲੱਗੇ ਚੰਗੇਜ਼ ਖਾਨ ਦੀ ਖਾਸ ਸਵਾਰੀ ਲੰਘ ਰਹੀ ਹੈ। ਸੋ ਇਹੋ ਜਿਹੇ ਜ਼ਾਲਮ ਬੰਦੇ ਨੇ ਕਾਨੂੰਨ ਬਣਾਏ ਸੀ ਯਾਸਾ ਤੇ ਸਿਆਸਤ, ਕਿ ਧਾਰਮਿਕ ਬੰਦਿਆਂ ਨੂੰ ਖਤਮ ਕਿਵੇਂ ਕਰਨਾ ਹੈ, ਉਹਨਾਂ ਦੀ ਰੱਤ ਜ਼ਮੀਨ ਤੇ ਨਹੀਂ ਡਿੱਗਣ ਦੇਣੀ ਜੀ। ਸੋ ਗੁਰਦੇਵ ਪਾਤਸ਼ਾਹ ਦੇ ਉੱਤੇ ਫਿਰ ਉਹ ਕਹਿਰ ਢਾਹਿਆ ਗਿਆ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ, ਇਹ ਕੋਈ ਕਹਿਣਾ ਬੜਾ ਸੌਖਾ ਹੈ ਹਨੂੰਮੰਤ ਜੀ, ਇਹ ਗੱਲਾਂ ਬਿਆਨ ਕਰਨੀਆਂ ਬਹੁਤ ਸੌਖੀਆਂ ਨੇ ਕਿ ਤੱਤੀ ਤਵੀ ਤੇ ਬਿਠਾਤਾ ਜੀ। ਅੱਜ ਗੀਤ ਵੀ ਗਾ ਲੈਂਦੇ ਆ, ਤੱਤੀ ਤਵੀ ਤੇ ਆਸਣ ਲਾ ਬਹਿ ਗਏ ਅਰਜਨ ਗੁਰੂ ਪਿਆਰੇ। ਕਦੇ ਸੋਚ ਕੇ ਦੇਖੋ ਉਹ ਬੈਠਣ ਦਾ ਸਮਾਂ ਕਿਹੋ ਜਿਹਾ ਸੀ, ਕਿ ਬਹੁਤ ਸੌਖੀ ਗੱਲ ਹੈ ਬਹਿਣਾ। ਤਾਂ ਧੰਨ ਸੀ ਦਾਤਾਰ ਪਾਤਸ਼ਾਹ ਜਿਹੜੇ ਐਡੇ ਅਸਹਿ ਤੇ ਅਕਹਿ ਜ਼ੁਲਮ ਨੂੰ ਸਹਿਣ ਲਈ ਜਦੋਂ ਉਹਨਾਂ ਨੂੰ ਡਰਾਬੇ ਦਿੱਤੇ ਗਏ ਕਿ ਤੁਹਾਨੂੰ ਡਰ ਨਹੀਂ ਲੱਗਦਾ ਅੱਗ ਦੀਆਂ ਲਾਟਾਂ ਤੋਂ, ਤੁਹਾਨੂੰ ਡਰ ਨਹੀਂ ਲੱਗਦਾ ਕਿਲੇ ਦੀਆਂ ਕੰਧਾਂ ਤੋਂ, ਤਾਂ ਮੇਰੇ ਹਜ਼ੂਰ ਨੇ ਇੱਕ ਗੱਲ ਆਖੀ ਸੀ ਲਾਸਟ ਟਾਈਮ ਤੇ ਕਿ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀलो आतशो आहन बहुत बुलंद सही, मगर हयात की ललकार कौन रोकेगा। हयात कहते ने जिंदगी। मेरे ख्यालों की परवाज को रोकने वालों, मेरे हर गोबिंद की तलवार को कौन रोकेगा। क्या बात है। एक गल उन्होंने आखी सी कि ठीक है तुसी जिन्ना जुल्म करना कर लो, तुसी जुल्म दे अंत करके देख लो ते मैं सबर दा अंत दिखा देना। ते तत्तियां तवियां ते भी हो इस ढंग नाल बैठे कि दुश्मन कोले चारा ही नहीं रहा। अखीर नूं ਸਰੀਰ ਚੋਂ ਪ੍ਰਾਣ ਉੱਡ ਗਏ ਉਹਨਾਂ ਦੇ, ਜੋਤੀ ਜੋਤ ਸਮਾ ਗਏ, ਸ਼ਹਾਦਤ ਦਾ ਬਹੁਤ ਵੱਡਾ ਸੰਕਲਪ ਦੇ ਗਏ। ਮੈਂ ਤੁਹਾਨੂੰ ਤੇ ਥੋੜਾ ਜਿਹਾ ਰੁਕਣਾ ਚਾਹਾਂਗਾ ਭਾਈ ਸਾਹਿਬ ਜੀ। ਗੁਰੂ ਨਾਨਕ ਸਾਹਿਬ ਤੋਂ ਸਿੱਖ ਧਰਮ ਦੀ ਰਮਤਾ ਗੁਰੂ ਅੰਗਦ ਸਾਹਿਬ ਨੇ ਵਿਕਾਸ ਕੀਤਾ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ। ਇੱਥੋਂ ਕਿਹਾ ਜਾ ਰਿਹਾ ਕਿ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ, ਸ਼ਹਾਦਤਾਂ ਰੰਗ ਲੈ ਕੇ ਆਉਂਦੀਆਂ ਨੇ। ਕੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ ਵੀ ਕੋਈ ਨਿਵੇਕਲਾ ਰੰਗ ਲਿਆ? ਬਹੁਤ ਵੱਡਾ ਹਨੂੰਮੰਤ ਜੀ, ਇਹ ਸਮਝ ਲਓ ਕਿ ਤੱਤੀ ਤਵੀ ਦੇ ਵਿੱਚੋਂ ਅਕਾਲ ਤਖਤ ਖੜਾ ਹੋ ਗਿਆ। ਕੀ ਬਾਤ ਹੈ। ਦਿੱਲੀ ਦਾ ਤਖਤ ਸੀ ਜਿਹੜਾ ਇਸ ਹੁਕਮ ਕਰਦਾ ਸੀ ਜ਼ੁਲਮ ਕਰਨ ਦੇ, ਉਹਦੇ ਬਗਾਵਤ ਹੋ ਗਈ ਬਹੁਤ ਵੱਡੀ। ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਗੁਰੂ ਸਾਹਿਬ ਨੂੰ ਆਪਣਾ ਬਾਪ ਮੰਨਦੇ ਸੀ ਸਾਰੇ ਗੁਰਸਿੱਖ,
ਜੋ ਜ਼ੁਲਮ ਉਹਨਾਂ ਤੇ ਹੋਏ, ਉਹਨਾਂ ਨੇ ਇਹ ਨਹੀਂ ਸੋਚਿਆ ਜਾਂ ਮਨ ਵਿੱਚ ਇਹ ਨਹੀਂ ਆਇਆ ਕਿ ਗੁਰੂ ਅਰਜਨ ਸਾਹਿਬ ਤੇ ਹੋਇਆ। ਉਹ ਕਹਿੰਦੇ ਯਾਰ ਸਾਡਾ ਬਾਪ ਮਾਰਤਾ ਇਹਨੂੰ ਛੱਡਣਾ ਨਹੀਂ। ਉਹ ਤੇਗਾਂ ਚੱਕ ਕੇ ਆ ਗਏ ਸੀ ਨਾਲ ਦੀ ਨਾਲ। ਉਹ ਇੱਕੋ ਗੱਲ ਆਖੀ ਸੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਖੜੋ ਕਿ ਮਹਾਰਾਜ ਆਹ ਜਾਨ ਹੁਣ ਕੀ ਕਰਨੀ ਅਸੀਂ, ਜਦੋਂ ਸਾਡੇ ਬਾਪ ਨੂੰ ਕੋਹ ਕੇ ਸ਼ਹੀਦ ਕੀਤਾ ਹੈ, ਹੁਣ ਸਾਡੀ ਜਾਨ ਤੁਹਾਡੇ ਚਰਨਾਂ 'ਚ, ਇਹਨੂੰ ਜਿੱਥੇ ਮਰਜ਼ੀ ਵਰਤ ਲਓ, ਅਸੀਂ ਬਦਲਾ ਲੈਣਾ ਆਪਣੇ ਬਾਪ ਦਾ। ਤੇ ਉਹ ਜੋ ਭਾਂਬੜ ਬਲੇ ਹੋਏ ਸੀ ਸੀਨੇ ਦੇ ਅੰਦਰ ਸਿੱਖਾਂ ਦੇ, 6ਵੇਂ ਗੁਰਦੇਵ ਪਾਤਸ਼ਾਹ ਨੇ ਉਹਨਾਂ ਭਾਂਬੜਾਂ ਨੂੰ ਸਹੀ ਦਿਸ਼ਾ ਦਿੱਤੀ। ਇੱਕਦਮ ਇਹ ਨਹੀਂ ਕਿ ਆਓ ਆਪਾਂ ਹਕੂਮਤ ਨਾਲ ਟਕਰਾਈਏ ਔਰ ਸ਼ਹੀਦੀਆਂ ਪਾ ਲਈਏ, ਨਹੀਂ, ਉਹਨੂੰ ਇੰਨੇ ਕੁ ਢੰਗ ਦੇ ਨਾਲ ਅੱਗੇ ਤੋਰਿਆ ਕਿ ਉਹ ਭਾਂਬੜ ਦੀ ਸ਼ੇਪ ਬਣਾਈ ਉਹਨਾਂ ਨੇ ਔਰ ਆਉਣ ਵਾਲੇ ਸਮੇਂ ਦੇ ਬੜੇ ਵੱਡੇ ਬਾਨ੍ਹ ਬਣ ਗਏ। ਇਹ ਭਾਈ ਸਾਹਿਬ ਥੋੜਾ ਜਿਹਾ ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿਉਂਕਿ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ। ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਤੇ ਕਹਿਣਾ ਸ਼ੁਰੂ ਕਰ ਦਿੱਤਾ ਸ਼ਹੀਦਾਂ ਦੇ ਸਰਤਾਜ, ਕੀ ਦੁਨੀਆ ਦੇ ਵਿੱਚ ਪਹਿਲੇ ਕਦੀ ਸ਼ਹਾਦਤ ਨਹੀਂ ਹੋਈ? ਕਿਉਂਕਿ ਧਰਮ ਪਹਿਲਾਂ ਵੀ ਪ੍ਰਚਲਿਤ ਨੇ, ਸ਼ਹਾਦਤਾਂ ਉਹਨਾਂ ਧਰਮਾਂ ਵਿੱਚ ਵੀ ਹੋ ਰਹੀਆਂ ਨੇ, ਪਰੰਤੂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਗਿਆ? ਇਹਦੇ ਬਾਰੇ ਵੀ ਆਪਾਂ ਖੁੱਲ ਕੇ ਗੱਲਬਾਤ, ਖੁੱਲ ਕੇ ਵਿਚਾਰ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਸੋ ਦੋਸਤੋ, ਜਾਣਾ ਕਿਤੇ ਨਹੀਂ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਇਤਿਹਾਸ ਦੀ ਤਹਿ ਤੱਕ। ਸਾਡੇ ਅਤੀ ਸਤਿਕਾਰਯੋਗ ਸਰਦਾਰ ਕੰਵਰਦੀਪ ਸਿੰਘ ਜੀ ਜਿਹੜੇ ਇਤਿਹਾਸ ਦੀਆਂ ਇੱਕ ਇੱਕ ਤਹਿਆਂ ਨੂੰ ਖੋਲ ਕੇ ਸਾਡੇ ਸਾਹਮਣੇ ਰੱਖ ਰਹੇ ਨੇ। ਹੁਣ ਇਸ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਉਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਮਿਲਦੇ ਆਪਾਂ ਇਸ ਛੋਟੀ ਜੀ ਬ੍ਰੇਕ ਤੋਂ ਬਾਅਦ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਲੱਗੇ, ਤੇਗ ਬਹਾਦਰ ਨੂੰ ਤੇਗ ਦਾ ਡਰ ਦੇ ਕੇ ਕਹਿ ਰਿਹਾ ਸੀ ਮੌਲਵੀ ਔਰ ਕਾਜ਼ੀ ਉਲ ਜ਼ਕਾਤ ਬਹਾਵਲੀ ਬੋਹਰਾ ਕਿ ਤੁਹਾਨੂੰ ਖੌਫ ਨਹੀਂ ਆਉਂਦਾ। ਤਾਂ ਤੇਗ ਬਹਾਦਰ ਹਿੰਦ ਦੀ ਚਾਦਰ ਮੂਹਰੋਂ ਕਹਿਣ ਲੱਗੇ ਸੀ, ਕਹਿੰਦੇ ਤੇਗ ਦੇਖ ਕੇ ਤੇਰੀ ਜੇ ਡੋਲ ਜਾਵਾਂ, ਮੈਨੂੰ ਕਿਸੇ ਤੇਗ ਬਹਾਦਰ ਨਹੀਂ ਕਹਿਣਾ। ਮੇਰੀ ਗੁਜਰੀ ਪਤਨੀ ਨੂੰ ਗਈ ਗੁਜਰੀ ਕਹਿ ਕੇ ਉਹਨੂੰ ਉਹਦੀ ਸਖੀ ਕਿਸੇ ਆਦਰ ਨਹੀਂ ਦੇਣਾ। ਮੇਰੇ ਗੋਬਿੰਦ ਬੇਟੇ ਨੂੰ ਤਾਨੇ ਮਿਲਣਗੇ, ਮੈਨੂੰ ਕਿਸੇ ਹਿੰਦ ਦੀ ਚਾਦਰ ਨਹੀਂ ਕਹਿਣਾ। ਹਿੰਦ ਦੀ ਨਹੀਂ ਬਲਕਿ ਸ੍ਰਿਸ਼ਟੀ ਦੀ ਚਾਦਰ ਬਣ ਗਈ। ਔਰ ਇਹ ਜ਼ੁਲਮ ਕਰਨ ਵਾਲੇ ਕਾਜ਼ੀ ਉਲ ਜ਼ਕਾਤ ਬਹਾਵਲੀ ਬੋਹਰਾ ਨੇ 20 ਦਿਨਾਂ ਦੇ ਅੰਦਰ ਅੰਦਰ ਆਤਮ ਹੱਤਿਆ ਕੀਤੀ।